ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵਹੁ, ਬਿਖਮ ਨਦੀ ਜਾਏ ਤਰਣੀ। ਵਾਹਿਗੁਰੂ ਸਾਹਿਬ ਜੀਓ। ਆਦਿ ਕੋ ਕਵਨ ਵਿਚਾਰ ਕਥੀਅਲੇ, ਸੁਨ ਕਹਾਂ ਕਰ ਵਾਸੋ। ਗਿਆਨ ਕੀ ਮੁਦਰਾ ਕਵਨ ਕਥੀਅਲੇ, ਘਟ ਘਟ ਕਵਨ ਨਿਵਾਸੋ। ਆਦਿ ਕੋ ਕਵਨ ਵਿਚਾਰ ਕਥੀਅਲੇ, ਸੁਨ ਕਹਾਂ ਕਰ ਵਾਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀਬ ਨਿਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦੇ ਖਜ਼ਾਨੇ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਸਿੱਧ ਗੋਸ਼ਟ ਬਾਣੀ 940 ਅੰਗ ਦੇ ਹੁਣ ਤੱਕ 20 ਪੌੜੀਆਂ ਸਰਵਣ ਕਰ ਚੁੱਕੇ ਹਾਂ। 21ਵੀਂ ਪੌੜੀ ਦੇ ਵਿੱਚ ਅੱਗੇ ਹੁਣ ਸਿੱਧਾਂ ਨੇ ਸਤਿਗੁਰੂ ਨਾਨਕ ਦੇਵ ਜੀ ਨੂੰ ਹੋਰ ਪ੍ਰਸ਼ਨ ਕੀਤੇ ਹਨ, ਜਿਨ੍ਹਾਂ ਪ੍ਰਸ਼ਨਾਂ ਦਾ ਉੱਤਰ ਧੰਨ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਕੇ ਆਪਾਂ ਨੂੰ ਕਿਰਤਾਰਥ ਕਰਨਗੇ। ਜ਼ਿੰਦਗੀ ਦੇ ਵਿੱਚ ਐਸੇ ਸਵਾਲ ਅਭਿਆਸੀਆਂ ਲਈ, ਭਗਤਾਂ ਲਈ, ਸੰਤਾਂ ਮਹਾਤਮਾ ਲਈ, ਸਿੱਧਾਂ ਲਈ ਜੋ ਵੀ ਖੜੇ ਹੋ ਜਾਂਦੇ ਨੇ, ਉਹਨਾਂ ਸਾਰਿਆਂ ਦਾ ਜਵਾਬ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਨੇ। ਆਓ ਬਚਨ ਆਇਆ ਹੈ ਕਿ ਸਿੱਧਾਂ ਨੇ ਪ੍ਰਸ਼ਨ ਕੀਤਾ ਹੈ, ਆਦਿ ਕਉ ਕਵਨ ਵਿਚਾਰ ਕਥੀਅਲੇ, ਸੁਨ ਕਹਾਂ ਕਰ ਵਾਸੋ। ਆਦਿ ਕੌਣ ਹੈ? ਆਦਿ ਭਾਵ ਮੁੱਢ ਵਿੱਚ ਕੌਣ ਸੀ? ਤੁਸੀਂ ਕੀ ਵਿਚਾਰ ਦੱਸਦੇ ਹੋ? ਤੁਹਾਡਾ ਮਤ ਇਸ ਬਾਰੇ ਕੀ ਵਿਚਾਰ ਦੱਸਦਾ ਹੈ ਕਿ ਅਫੁਰ ਪਰਮਾਤਮਾ ਕਿਸ ਸਥਾਨ ਵਿਖੇ ਵਸਦਾ ਹੈ? ਸੁਨ ਕਹਾਂ ਕਰ ਵਾਸੋ। ਸੁਨ ਜਿੱਥੇ ਕੋਈ ਫੁਰਨਾ ਹੀ ਨਹੀਂ, ਜੋ ਵਾਹਿਗੁਰੂ ਫੁਰਨਿਆਂ ਤੋਂ, ਸੰਕਲਪਾਂ ਵਿਕਲਪਾਂ ਤੋਂ ਰਹਿਤ ਹੈ। ਕਦੇ ਪਤਾ ਨਹੀਂ ਕਦੋਂ ਜਾ ਕੇ ਗਿਣਤੀ ਤੋਂ ਬਾਹਰ ਹੀ ਫੁਰਨਾ ਹੁੰਦਾ ਹੈ ਕਿ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ ਤਾਂ ਹੋ ਜਾਂਦਾ। ਕਦੇ ਹੀ ਫਿਰ ਐਸਾ ਸੰਕਲਪ ਆਉਂਦਾ ਹੈ ਕਿ ਹੁਣ ਸਾਰੀ ਸ੍ਰਿਸ਼ਟੀ ਨੂੰ ਸੰਕੋਚ ਲਈਏ, ਖੇਲ ਖੇਲ ਅਖੇਲ ਖੇਲ, ਅੰਤ ਕੋ ਫਿਰ ਏਕ ਹੈ। ਸੋ ਇਸ ਕਰਕੇ ਆਪ ਜੀ ਦੇ ਅਨੁਸਾਰ ਵਾਹਿਗੁਰੂ ਕਿਸ ਥਾਂ ਤੇ ਵਸਦਾ ਹੋਵੇਗਾ? ਗਿਆਨ ਕੀ ਮੁਦਰਾ ਕਵਨ ਕਥੀਅਲੇ, ਘਟ ਘਟ ਕਵਨ ਨਿਵਾਸੋ। ਗਿਆਨ ਦੀ ਕਿਹੜੀ ਮੁਦਰਾ ਤੋਂ ਭਾਵ ਨਿਸ਼ਾਨੀ ਹੈ? ਗਿਆਨ ਦੀ ਕੀ ਨਿਸ਼ਾਨੀ ਹੈ ਮਹਾਰਾਜ?
ਕਿਉਂਕਿ ਜੋਗੀਆਂ ਦੇ 5 ਸਾਧਨ ਖੇਚਰੀ, ਭੂਚਰੀ, ਗੋਚਰੀ, ਚਾਚਰੀ, ਉਨਮਨੀ ਹਨ। ਆਪ ਜੀ ਕੀ ਨਿਸ਼ਾਨੀ ਦੱਸੋਗੇ ਗਿਆਨ ਦੀ? ਹਰੇਕ ਹਿਰਦੇ ਵਿੱਚ ਕਿਸ ਦਾ ਨਿਵਾਸ ਹੈ, ਭਾਵ ਟਿਕਾਣਾ ਹੈ? ਘਟ ਘਟ ਕਵਨ ਨਿਵਾਸੋ। ਕਾਲ ਕਾ ਠੀਗਾ ਕਿਉਂ ਜਲਾਈਲੇ, ਕਿਉਂ ਨਿਰਭਉ ਕਰ ਜਾਈਐ। ਸੋ ਇਸ ਪ੍ਰਕਾਰ ਦੇ ਨਾਲ ਠੀਗਾ ਹੁੰਦਾ ਸੋਟਾ, ਡੰਡਾ, ਕਿ ਮੌਤ ਦਾ ਡੰਡਾ ਕਿਸ ਤਰ੍ਹਾਂ ਸਾੜੀਏ ਅਤੇ ਕਿਸ ਤਰ੍ਹਾਂ ਭੈ ਤੋਂ ਰਹਿਤ ਘਰ ਵਿੱਚ ਜਾਈਏ। ਭਾਵ ਕਿ ਸੰਸਾਰ ਦੇ ਜਿਤਨੇ ਡਰ ਨੇ, ਯਹ ਭੈ ਪਰਲੋਕ ਭੈ, ਜਨਮ ਵੇਦਨਾ ਜਾਤ ਅਨ ਰੱਖਿਆ ਅਰ ਗੁਪਤ ਭੈ, ਅਕਸ ਮਾਤਰ ਭੈ ਸਾਤ। ਇਹ ਜਿਹੜੇ 7 ਪ੍ਰਕਾਰ ਦੇ ਡਰ ਨੇ, ਇਹਨਾਂ ਵਿੱਚੋਂ ਕਿਸ ਤਰ੍ਹਾਂ ਬਾਹਰ ਨਿਕਲਿਆ ਜਾ ਸਕਦਾ ਹੈ ਤੇ ਨਿਰਭੈਤਾ ਵਿੱਚ, ਨਿਰਭਉ ਵਾਹਿਗੁਰੂ ਵਿੱਚ, ਉਹਦੇ ਘਰ ਵਿੱਚ ਕਿਵੇਂ ਸਮਾਇਆ ਜਾ ਸਕਦਾ ਹੈ, ਉਹਦੇ ਵਿੱਚ ਕਿਵੇਂ ਲੀਨ ਹੋਇਆ ਜਾ ਸਕਦਾ ਹੈ। ਸਹਿਜ ਸੰਤੋਖ ਕਾ ਆਸਣ ਜਾਣੈ, ਕਿਉਂ ਛੇਦੇ ਬਹਿਰਾਈਐ। ਹੁਣ ਕਹਿੰਦੇ ਨੇ ਮਨੁੱਖ ਜਿਹੜਾ ਹੈ ਇਹ ਕਿਵੇਂ ਸ਼ਾਂਤ ਤੇ ਸੰਤੋਖ ਦਾ ਆਸਣ ਲਾਉਣਾ ਜਾਣੇ ਅਤੇ ਵੈਰੀਆਂ ਨੂੰ ਕਿਵੇਂ ਮਾਰਨਾ ਕਰੇ, ਵਿੰਨਣਾ ਕਰੇ, ਛੇਦੇ ਭਾਵ ਕੱਟਣਾ ਕਰੇ, ਛੇਦਣਾ ਕੱਟਣਾ। ਬਹੁਤ ਬਾਰੀਕੀ ਦੀਆਂ ਚੀਜ਼ਾਂ ਨੇ, ਸੰਥਿਆ ਕਰਦਿਆਂ ਵੀ ਧਿਆਨ ਰੱਖੋ। ਛੇਦੇ, ਸੋ ਇਸ ਤਰੀਕੇ ਨਾਲ ਛੱਛੇ ਨੂੰ ਇੱਕ ਲਾਂ ਤੇ ਦੱਦੇ ਨੂੰ ਲਾਂ, ਛੇ ਤੇ ਦੇ, ਛੇਦੇ। ਜਦੋਂ ਆਉਂਦਾ ਹੈ ਛੱਛੇ ਨੂੰ ਇੱਕ ਲਾਂ ਤੇ ਦੱਦੇ ਨੂੰ ਦਲਾਈਆਂ, ਫੇਰ ਆਉਂਦਾ ਛੇਦੈ। ਉਹੀ ਫਰਕ ਹੈ, ਬਸ ਇਸੇ ਨੂੰ ਸੰਥਿਆ ਕਹਿੰਦੇ, ਦੇ ਤੇ ਦੈ। ਸੋ ਜਿਵੇਂ ਕੋਈ ਕੀਰਤਨ ਕਰਨ ਵਾਲੇ ਕਰ ਰਹੇ ਸੀ, ਮਾਧੋ ਇਹ ਜਨਮ ਤੁਮਹਾਰੇ ਲੇਖੈ। ਆਪਣੇ ਜਾਣੀ ਉਹ ਬੜਾ ਠੀਕ ਪੜ੍ਹ ਰਹੇ ਨੇ ਵੀ ਅਸੀਂ ਪਤਾ ਨਹੀਂ, ਸ਼ਾਇਦ ਆਮ ਦੁਨੀਆ ਨੂੰ ਇਹ ਲੱਗੇਗਾ ਕਿ ਅਸੀਂ ਸਹੀ ਪੜ੍ਹ ਰਹੇ ਹਾਂ, ਪਰ ਧਿਆਨ ਦਿਓ ਕਿ ਕੀ ਲਿਖਿਆ, ਇਹ ਮਾਧੋ ਇਹ ਜਨਮ ਤੁਮਹਾਰੇ ਲੇਖੇ, ਖੇ ਹੈ, ਖੈ ਨਹੀਂ ਹੈ, ਇੱਥੇ ਛੇਦੇ ਪਾਠ ਹੈ। ਆਓ ਕਹਿੰਦੇ ਕਿਸ ਤਰੀਕੇ ਦੇ ਨਾਲ ਜਿਹੜੇ ਨੇ ਵੈਰੀ ਨੇ, ਸਾਡੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੈਰੀ ਨੇ, ਇਹਨਾਂ ਨੂੰ ਕਿਵੇਂ ਵਿੰਨੀਏ। ਗੁਰ ਕੈ ਸ਼ਬਦ ਹਉ ਮੈਂ ਬਿਖ ਮਾਰੈ, ਤਾਂ ਨਿਜ ਘਰ ਹੋਵੈ ਵਾਸੋ। ਸਤਿਗੁਰੂ ਜੀ ਹੁਣ ਸਾਰੇ ਪ੍ਰਸ਼ਨ ਦਾ ਇੱਕ ਉੱਤਰ ਦੇ ਰਹੇ ਨੇ ਭਾਈ, ਕਿ ਗੁਰਾਂ ਦੇ ਉਪਦੇਸ਼ ਦੁਆਰਾ ਜੋ ਜੀਵ ਹਉਮੈ ਅਤੇ ਮਾਇਆ ਰੂਪੀ ਜ਼ਹਿਰ ਦੂਰ ਕਰਦਾ ਹੈ, ਤਾਂ ਉਹਦਾ ਨਿਜ ਘਰ ਸਰੂਪ ਦੇ ਵਿੱਚ ਵਾਸਾ ਹੁੰਦਾ। ਭਾਵ ਨਿਜ ਘਰ ਮਹਿਲ ਪਾਵੋ ਸੁਖ, ਸਹਿਜੇ ਬਹੁਰ ਨਾ ਹੋਏਗੋ ਫੇਰਾ। ਆਪਣੇ ਅੰਦਰ ਇੱਕ ਹਿਰਦਾ ਘਰ ਹੈ, ਜਿੱਥੋਂ ਮਨ ਹਮੇਸ਼ਾ ਬਾਹਰ ਹੀ ਰਹਿੰਦਾ ਹੈ। ਜਦੋਂ ਤੱਕ ਸਾਡਾ ਮਨ ਬਾਹਰ ਹੈ, ਤਦੋਂ ਤੱਕ ਆਪਾਂ ਦੁਖੀ ਹਾਂ, ਕਿਉਂਕਿ ਮਨ ਦੀ ਆਦਤ ਇੱਕ ਛੋਟੇ ਜਿਹੇ ਬੱਚੇ ਦੀ ਤਰ੍ਹਾਂ ਹੈ। ਜਿਵੇਂ ਜਦੋਂ ਬੱਚਾ ਗੋਦੀ ਚੁੱਕ ਲੈਂਦੇ, 2 ਮਹੀਨੇ 3 ਮਹੀਨੇ ਦਾ ਹੋ ਗਿਆ, ਬਾਹਰ ਨੂੰ ਉਂਗਲ ਕਰਦਾ, ਘਰ ਤੋਂ ਮੈਂ ਬਾਹਰ ਜਾਣਾ। 4 ਮਹੀਨੇ ਦਾ ਹੁਣ ਸੋਝੀ ਜੀ ਹੋ ਆਈ ਹੈ, ਮੈਂ ਮੇਨ ਰੋਡ ਤੇ ਜਾਣਾ, ਫਿਰ ਉੱਥੇ ਲੈ ਜਾਂਦੇ ਆ, ਮੈਂ ਹੋਰ ਅੱਗੇ ਜਾਣਾ। ਵੱਡਾ ਹੋ ਕੇ ਫਿਰ ਕਹਿੰਦਾ ਮੈਂ ਹੋਰ ਜਾਣਾ। ਸੋ ਇਸ ਤਰ੍ਹਾਂ ਮਨੁੱਖ ਸਾਰੇ ਦੇਸ਼ ਦਸ਼ਾਂਤਰਾਂ ਦੀਆਂ ਯਾਤਰਾ ਕਰਦਾ ਕਰਦਾ ਬਾਹਰ ਮੁਖੀ ਹੋ ਕੇ ਜ਼ਿੰਦਗੀ ਲੰਘਾ ਦਿੰਦਾ, ਪਰ ਸ਼ਾਂਤੀ ਨਹੀਂ ਆਈ। ਮਹਾਰਾਜ ਜੀ ਕਹਿੰਦੇ ਨੇ ਇੱਕ ਯਾਤਰਾ ਬਾਹਰ ਦੀ ਹੈ ਜੋ ਮਾਇਆਵੀ ਹੈ, ਇੱਕ ਯਾਤਰਾ ਸਾਡੇ ਅੰਦਰ ਦੀ ਹੈ ਜੋ ਅੰਤਰਮੁਖੀ ਯਾਤਰਾ ਹੈ। ਸਫਲ ਭਈ ਸਫਲ ਯਾਤਰਾ, ਰਹਿਓ ਆਵਣ ਜਾਣਾ, ਮਿਲੇ ਸਾਧਾਂ। ਜਦ ਤੱਕ ਆਪਾਂ ਬਾਹਰ ਦੀ ਯਾਤਰਾ ਕਰੀ ਜਾ ਰਹੇ ਹਾਂ, ਤਦੋਂ ਤੱਕ ਸਾਡਾ ਮਨ ਇਕਾਗਰਤਾ 'ਚ ਨਹੀਂ ਆਉਂਦਾ। ਜਦੋਂ ਅੰਤਰਮੁਖ ਨਿਜ ਘਰ ਦੀ ਯਾਤਰਾ ਸ਼ੁਰੂ ਕੀਤੀ, ਜਦੋਂ ਮਨ ਨੂੰ ਪੁਕਾਰ ਕੇ ਕਿਹਾ, ਮਨ ਪਿਆਰੇ ਪਰਦੇਸੀ ਵੇ ਆਓ ਘਰੇ। ਮਨ ਹਲੇ ਤੱਕ ਤੂੰ ਰੱਜਿਆ ਨਹੀਂ ਬਾਹਰ, ਆ ਜਾ ਆਪਣੇ ਹਿਰਦੇ ਰੂਪ ਘਰ ਦੇ ਵਿੱਚ ਆ ਜਾ। ਜਿਉਂ ਹੀ ਤੂੰ ਆਪਣੇ ਹਿਰਦੇ ਰੂਪ ਘਰ ਦੇ ਵਿੱਚ ਆਏਗਾ, ਤੂੰ ਦੇਖੇਗਾ ਕਿ ਹਿਰਦੇ ਰੂਪ ਘਰ ਵਿੱਚ ਆਉਣ ਨਾਲ ਕਿਤਨਾ ਸੁੱਖ ਮਿਲਿਆ ਅਤੇ ਬਾਹਰ ਤੈਨੂੰ ਕਿੰਨਾ ਦੁੱਖ ਮਿਲਦਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਫਿਰ ਨਿਜ ਘਰ ਆਪਣੇ ਸਰੂਪ ਰੂਪ ਘਰ ਦੇ ਵਿੱਚ ਵਾਸਾ ਹੁੰਦਾ।
ਇਹ ਵੱਡੀ ਚੀਜ਼ ਹੈ ਕਿ ਸਰੂਪ ਰੂਪੀ ਘਰ ਦੇ ਵਿੱਚ ਕੋਈ ਬੰਦਾ ਵਾਸਾ ਨਹੀਂ ਕਰ ਸਕਦਾ, ਕਿਉਂਕਿ ਹਮੇਸ਼ਾ ਬਾਹਰਮੁਖੀ ਹੀ ਰਹਿੰਦਾ ਜੀਵ। ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ, ਨਾਨਕ ਤਾ ਕਾ ਦਾਸੋ। ਜਿਸ ਪਰਮਾਤਮਾ ਨੇ ਸਾਰਾ ਰਚਨ ਰਚਿਆ ਹੈ ਨਾ ਸ੍ਰਿਸ਼ਟੀ ਦਾ, ਉਸ ਵਾਹਿਗੁਰੂ ਨੂੰ ਜੋ ਸ਼ਬਦ ਦੁਆਰਾ ਪਛਾਣਦਾ, ਕਿਉਂਕਿ ਵਾਹਿਗੁਰੂ ਤੱਕ ਪਹੁੰਚਣ ਲਈ ਹੋਰ ਕੋਈ ਪੌੜੀ, ਹੋਰ ਕੋਈ ਰਸਤਾ, ਹੋਰ ਕੁਝ ਵੀ ਕੰਮ ਨਹੀਂ ਕਰਦਾ। ਕੋਈ ਤਰੀਕਾ ਨਹੀਂ ਹੈ, ਸਿਰਫ ਇੱਕੋ ਹੀ ਤਰੀਕਾ ਹੈ। ਜਿਵੇਂ ਸਤਿਗੁਰਾਂ ਨੇ ਫਰਮਾਇਆ, ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮ ਜਾਗਾਤੀ ਲੂਟਹਿ, ਨਿਰਵਾਣ ਕੀਰਤਨ ਗਾਹੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਅੱਜ ਦੇ ਯੁੱਗ ਵਿੱਚ ਚੇਟਕੀ ਫੇਟਕੀ ਫਕੀਰ, ਚੇਟਕੀ ਤਮਾਸ਼ੇ ਦਿਖਾਉਣ ਵਾਲੇ, ਦੁਨੀਆ ਨੂੰ ਮਗਰ ਲਾਉਣ ਵਾਲੇ, ਸੰਸਾਰ ਵੀ ਵਿਚਾਰਾ ਉਹਨਾਂ ਦੇ ਮਗਰ ਲੱਗ ਜਾਂਦਾ। ਪਰ ਅਸਲ ਰਸਤਾ ਹੈ ਆਪਣੇ ਨਿਜ ਘਰ ਵਿੱਚ ਪਹੁੰਚਣਾ ਤੇ ਆਨੰਦ ਮਾਣਨਾ। ਆਓ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਅੱਗੇ 22ਵੀਂ ਪੌੜੀ ਦੇ ਵਿੱਚ, ਕਹਾਂ ਤੇ ਆਵੈ ਕਹਾਂ ਇਹੋ ਜਾਵੈ, ਕਹਾਂ ਇਹੋ ਰਹਿ ਸਮਾਈ। ਕਹਾਂ ਤੇ ਭਾਵ ਕਿੱਥੋਂ। ਜੋਗੀਆਂ ਦੇ ਪ੍ਰਸ਼ਨ ਹਨ ਕਿ ਇਹ ਜੀਵ ਕਿੱਥੋਂ ਆਉਂਦਾ ਹੈ, ਇਹ ਕਿੱਥੇ ਚਲਾ ਜਾਂਦਾ ਹੈ, ਫਿਰ ਕਿੱਥੇ ਸਮਾ ਜਾਂਦਾ ਹੈ। ਕਿਉਂਕਿ ਆਮ ਲੋਕ ਤਾਂ ਕਹਿੰਦੇ ਨੇ ਬੰਦਾ ਬਸ ਇੱਥੇ ਜਨਮ ਲੈਂਦਾ, ਇੱਥੇ ਕਿਤੇ ਮੁੱਕ ਮੱਕ ਜਾਂਦਾ। ਕਈ ਧੂਆਂ ਧਾਰ ਪ੍ਰਚਾਰ ਕਰਦੇ ਹਨ ਕਿ ਬਸ ਜੀ ਇੱਥੇ ਕੰਮ ਹੋ ਜਾਂਦਾ ਜੀ, ਕੋਈ ਜਨਮ ਜੁਨਮ ਨਹੀਂ ਹੁੰਦਾ, ਐਵੇਂ ਗੱਲਾਂ ਬਣਾਈਆਂ ਹੋਈਆਂ। ਕਿਉਂ ਗੁੰਮਰਾਹ ਕਰਦੇ ਦੁਨੀਆ ਨੂੰ? ਜਦੋਂ ਤੁਸੀਂ ਰੂਹਾਨੀ ਰਸਤੇ ਤੇ ਚੱਲੇ ਹੀ ਨਹੀਂ, ਕਿਉਂ ਇਸ ਤਰ੍ਹਾਂ ਖਰਾਬ ਕਰਦੇ ਹੋ? ਕਿਉਂ ਦੁਨੀਆ ਨੂੰ ਨੇਰ ਗਰਦੀ ਚ ਪਾਉਂਦੇ ਹੋ? ਕਦੇ ਬਹਿ ਕੇ ਭਗਤੀ ਕੀਤੀ ਹੈ, ਕਦੇ ਅੰਤਰਾਤਮੇ ਝਾਕਿਆ ਹੈ, ਕਦੇ ਇਸ ਰਸਤੇ ਨੂੰ ਪਛਾਣਿਆ? ਇਹਦਾ ਮਤਲਬ ਗੁਰੂ ਨਾਨਕ ਸਾਹਿਬ ਜਾਂ ਸਾਰੇ ਸਾਡੇ ਗੁਰੂ ਸਾਹਿਬਾਨ ਵੈਸੇ ਹੀ ਕਹਿ ਰਹੇ ਨੇ ਕਿ ਝੂਠ ਹੈ ਉਹਨਾਂ ਦੀ ਕੋਈ ਗੱਲ ਨਹੀਂ। ਇਹ ਸਾਰਾ ਕੁਝ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਕਿਉਂ ਲਿਖਿਆ ਗੁਰਾਂ ਨੇ? ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਿਉਂ ਕਿਹਾ? ਬਹੁਤ ਜਨਮ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਗ ਕਾਲੇ ਦੇਹ ਸੰਜਰੀਆ। ਕਿਉਂ ਕਿਹਾ ਗੁਰਾਂ ਨੇ? ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਇਹ ਜੀਵ ਦਾ ਦੱਸੋ ਕਿ ਫਿਰ ਕਿੱਥੇ ਚਲਿਆ ਜਾਂਦਾ ਮਰਨ ਤੋਂ ਬਾਅਦ। ਇਸ ਸ਼ਬਦ ਕਉ ਜੋ ਅਰਥਾਵੈ, ਤਿਸ ਗੁਰ ਤਿਲ ਨ ਤਮਾਈ। ਇਸ ਬਚਨ ਨੂੰ ਜੋ ਅਰਥਾ ਦੇਵੇਗਾ, ਭਾਵ ਇਸ ਦਾ ਤਾਤ ਪਰਜ ਦੱਸ ਕੇ ਸਮਝਾ ਦੇਵੇਗਾ, ਜੋ ਦੱਸੇਗਾ ਤੇ ਮੈਂ ਸਮਝਾਂਗਾ ਕਿ ਉਸ ਗੁਰੂ ਨੂੰ ਤਿਲ ਭਰ ਵੀ ਕਿਸੇ ਚੀਜ਼ ਦਾ ਲਾਲਚ ਨਹੀਂ ਕਿ ਉਹਨੇ ਸਹੀ ਜਵਾਬ ਦਿੱਤਾ ਹੈ। ਕਿਉਂ ਤਤੈ ਅਵਗਤੈ ਪਾਵੈ, ਗੁਰਮੁਖ ਲੱਗੈ ਪਿਆਰੋ। ਤਤ ਸਰੂਪ ਅਵਿਅਕਤ ਜੋ ਪਰਮਾਤਮਾ ਹੈ, ਜਿਹਦੀ ਪ੍ਰਾਪਤੀ ਬੜੀ ਕਠਿਨ ਹੈ, ਉਹਦਾ ਭੇਦ ਕੋਈ ਕਿਵੇਂ ਪਾ ਸਕਦਾ? ਗੁਰੂ ਦੁਆਰਾ ਉਸ ਰੱਬੀ ਜੋਤ ਨਾਲ ਕਿਵੇਂ ਪਿਆਰ ਲੱਗ ਸਕਦਾ? ਅਕਾਲ ਪੁਰਖ ਵਾਹਿਗੁਰੂ ਨਾਲ। ਆਪੇ ਸੁਰਤਾ ਆਪੇ ਕਰਤਾ, ਕਹੋ ਨਾਨਕ ਵਿਚਾਰੋ। ਹੁਣ ਇਹਨਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਸੁਣਾਉਂਦੇ ਨੇ ਸਤਿਗੁਰੂ ਜੀ। ਸੁਣੋ ਇਹ ਸਿੱਧੋ, ਧਿਆਨ ਦੇ ਨਾਲ ਸੁਣੋ। ਇਹ ਦੁਨੀਆ ਵਾਲੇ ਜੀਵੋ ਧਿਆਨ ਦੇ ਨਾਲ, ਗੁਰੂ ਨਾਨਕ ਦੇਵ ਜੀ ਜੋ ਸੱਚ ਮੂਰਤੀ ਨੇ, ਸੱਚ ਸਰੂਪ ਨੇ, ਉਹਨਾਂ ਨੂੰ ਸੁਣੋ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਜੀਵ ਹੁਕਮ ਵਿੱਚ ਆਉਂਦਾ ਹੈ ਤੇ ਹੁਕਮ ਵਿੱਚ ਹੀ ਜਾਂਦਾ ਹੈ, ਤੇ ਆਉਣ ਤੋਂ ਪਹਿਲਾਂ ਤੇ ਜਾਣ ਤੋਂ ਬਾਅਦ ਹੁਕਮ ਵਿੱਚ ਹੀ ਸਮਾਇਆ ਰਹਿੰਦਾ ਹੈ। ਜਿਸ ਪ੍ਰਕਾਰ ਆਪਾਂ ਬੀਜ ਬੀਜਦੇ ਹਾਂ ਛੋਟਾ ਜਿਹਾ, ਉਹਦੇ ਵਿੱਚੋਂ ਕਿੰਨਾ ਵੱਡਾ ਇੱਕ ਦਰਖਤ ਬਣ ਜਾਂਦਾ ਹੈ। ਟਾਹਣੀਆਂ, ਪੱਤੇ, ਫਲ, ਫੁੱਲ, ਮੁੜ ਕੇ ਫਿਰ ਉਹਦੇ ਫਲ ਦੇ ਵਿੱਚੋਂ ਇੱਕ ਛੋਟਾ ਜਿਹਾ ਬੀਜ ਨਿਕਲਦਾ। ਇਸੇ ਤਰੀਕੇ ਨਾਲ ਵਾਹਿਗੁਰੂ ਦੇ ਵਿੱਚ ਹੀ ਹੈ ਸਾਰਾ ਕੁਝ। ਇਹਨੂੰ ਅਭਿਆਕ੍ਰਿਤ ਕਹਿੰਦੇ ਨੇ, ਅਭਿਆਕ੍ਰਿਤ। ਜਪਜੀ ਸਾਹਿਬ ਦੀ ਕਥਾ ਵਿੱਚ ਇਹਨੂੰ ਆਪ ਚੰਗੀ ਤਰ੍ਹਾਂ ਸੁਣ ਸਕੋਗੇ।
ਸੋ ਮਹਾਰਾਜ ਕਹਿੰਦੇ ਹੁਕਮ ਦੇ ਵਿੱਚ ਹੀ ਸਮਾਇਆ ਰਹਿੰਦਾ ਹੈ। ਜੋ ਜਿਹੜਾ ਜੀਵ ਹੈ ਨਾ ਪੂਰੇ ਗੁਰੂ ਤੋਂ ਗਿਆਨ ਪ੍ਰਾਪਤ ਕਰਦੇ ਨੇ ਉਹਨਾਂ ਵਾਸਤੇ ਕਹਿੰਦੇ ਨੇ ਕਿ ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹਿ ਸਮਾਈ, ਪੂਰੇ ਗੁਰ ਤੇ ਸਾਚ ਕਮਾਵੈ ਗਤਮਿਤ ਸ਼ਬਦੇ ਪਾਈ। ਜਿਹੜੇ ਜੀਵ ਪੂਰੇ ਸਤਿਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਸੱਚ ਨੂੰ ਕਮਾਉਂਦੇ ਨੇ ਉਹ ਗੁਰਾਂ ਦੇ ਸ਼ਬਦ ਦੁਆਰਾ ਵਾਹਿਗੁਰੂ ਦੀ ਗਤੀ ਤੇ ਅਨੁਮਾਨ ਪਾ ਲੈਂਦੇ ਹਨ। ਆਪੇ ਸੁਰਤਾ ਆਪੇ ਕਰਤਾ ਕਹੋ ਨਾਨਕ ਵਿਚਾਰੋ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹੀ ਤੁਹਾਨੂੰ ਮੈਂ ਸਹੀ ਵਿਚਾਰ ਦੱਸਦਾ ਹਾਂ ਕਿ ਆਪ ਹੀ ਵਾਹਿਗੁਰੂ ਸੁਰਤਾ ਹੈ, ਗਿਆਤਾ ਹੈ, ਬੁੱਧੀਵਾਨ ਹੈ, ਸੁਣਨ ਵਾਲਾ ਹੈ, ਕਰਤਾ ਤੋਂ ਭਾਵ ਕਰਨ ਵਾਲਾ ਹੈ। ਇਹੀ ਤੁਹਾਨੂੰ ਮੈਂ ਵੱਡੀ ਵਿਚਾਰ ਦੱਸਦਾ ਹਾਂ ਕਿ ਸਾਰਾ ਕੁਝ ਕਰਨ ਵਾਲਾ ਆਪ ਹੀ ਹੈ। ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਆਉਂਦਾ ਹੈ ਤੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਜਾਂਦਾ ਹੈ ਤੇ ਹੁਕਮ ਦੇ ਵਿੱਚ ਹੀ ਸਮਾਇਆ ਰਹਿੰਦਾ ਹੈ। ਕਿਉਂਕਿ ਇਹ ਬੜਾ ਔਖਾ ਪ੍ਰਸ਼ਨ ਹੈ, ਸਾਰੇ ਬੰਦੇ ਦਾ ਜਵਾਬ ਨਹੀਂ ਦੇ ਸਕਦੇ ਗੁਰੂ ਨਾਨਕ ਸਾਹਿਬ ਜੀ ਤੋਂ ਬਿਨਾਂ। ਐਵੇਂ ਅਟਕਲ ਪੱਚੂ ਗਿਆਨ ਦੀਆਂ ਗੱਲਾਂ ਜਿਤਨਾ ਕਿਸੇ ਦਾ ਜੀ ਕਰੇ ਕਰੀ ਚੱਲੇ, ਪਰ ਜੇ ਇਸ ਦਾ ਉੱਤਰ ਇਤਨਾ ਆਸਾਨ ਹੁੰਦਾ ਤਾਂ ਇਹ ਪ੍ਰਸ਼ਨ ਕਰਨ ਵਾਲਾ ਜੋਗੀ ਇਹ ਅੱਖਰ ਕਦੇ ਨਾ ਕਹਿੰਦਾ ਕਿ ਇਸ ਸ਼ਬਦ ਕੋ ਜੋ ਅਰਥਾਵੈ ਤਿਸ ਗੁਰ ਤਿਲ ਨਾ ਤਮਾਈ। ਅਸਲ ਵਿੱਚ ਇਹ ਪ੍ਰਸ਼ਨ ਹਰ ਸੂਝਵਾਨ ਦੇ ਹਿਰਦੇ 'ਚ ਉੱਠਦਾ ਹੈ ਕਿ ਜੀਵ ਕਿੱਥੋਂ ਆਉਂਦਾ ਹੈ, ਕਿੱਥੇ ਜਾਂਦਾ ਹੈ, ਫਿਰ ਆਉਣ ਤੋਂ ਪਹਿਲਾਂ ਕਿੱਥੇ ਰਹਿੰਦਾ ਸੀ, ਸਰੀਰ ਛੱਡਣ ਤੋਂ ਬਾਅਦ ਕਿੱਥੇ ਜਾ ਸਮਾਉਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ 5ਵੀਂ ਸਤਰ ਵਿੱਚ ਸਾਰਾ ਉੱਤਰ ਦੇ ਦਿੱਤਾ ਕਿ ਪਰਮੇਸ਼ਰ ਦੇ ਹੁਕਮ ਵਿੱਚ ਸਭ ਆਵਾਜਾਈ ਪਾਈ, ਪਰ 6ਵੀਂ ਸਤਰ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਹੁਕਮ ਵਿੱਚ ਕ੍ਰਿਤ ਕਰਮ ਦੀ ਖੇਡ ਹੈ। ਜਿਹੜਾ ਜੀਵ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਸੱਚ ਦੀ ਦਾਤ ਪ੍ਰਾਪਤ ਕਰ ਲੈਂਦਾ, ਉਸ ਦੀ ਕਮਾਈ ਕਰਦਾ, ਉਹ ਪ੍ਰਭੂ ਦੀ ਗਤੀ ਦਾ ਥੋੜਾ ਜਿਹਾ ਅੰਦਾਜ਼ਾ ਲਾ ਸਕਦਾ, ਪਰ ਪੂਰੀ ਤਰ੍ਹਾਂ ਉਹ ਵੀ ਵਰਣਨ ਨਹੀਂ ਕਰ ਸਕਦਾ। ਸੋ ਮਹਾਰਾਜ ਨੇ ਜਿਵੇਂ ਬਚਨ ਕੀਤਾ, ਅਲਖ ਅਪਾਰ ਅਗੰਮ ਗੋਚਰ ਨਾ ਤਿਸ ਕਾਲ ਨਾ ਕਰਮਾ, ਜਾਤ ਅਜਾਤ ਅਜੋਨੀ ਸੰਭਉ ਨਾ ਤਿਸ ਭਾਉ ਨਾ ਪਰਮਾ, ਸਾਚੇ ਸਚਿਆਰ ਵਿਟਹੁ ਕੁਰਬਾਨ, ਨਾ ਤਿਸ ਰੂਪ ਵਰਨ ਨਹੀਂ ਰੇਖਿਆ, ਸਾਚੈ ਸ਼ਬਦ ਨੀਸਾਨ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਜੋਗੀਆਂ ਨੂੰ ਹੌਲੀ ਹੌਲੀ ਨਿਰੁੱਤਰ ਕੀਤਾ। ਫਾਇਦਾ ਸਾਨੂੰ ਬੜਾ ਹੋਇਆ, ਲਾਭ ਸੰਸਾਰ ਨੇ ਲੈਣਾ, ਕਿਉਂਕਿ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਮਨੁੱਖ ਜਨਮ ਲੈਂਦਾ ਆਉਂਦਾ, ਹਰ ਮਨੁੱਖ ਦੇ ਇਹੀ ਪ੍ਰਸ਼ਨ ਹੁੰਦੇ ਨੇ। ਕੋਈ ਐਸੇ ਨਹੀਂ ਕਿ ਕੋਈ ਨਵੇਂ ਪ੍ਰਸ਼ਨ ਹੋਰ ਬਣਾ ਲਵੇਗਾ, ਇਹੀ ਪ੍ਰਸ਼ਨ ਨੇ ਤੇ ਇਹਨਾਂ ਦਾ ਹੀ ਉੱਤਰ ਦੁਨੀਆ ਲੱਭਦੀ ਹੈ। ਲੱਭਦਾ ਕਿਤੋਂ ਵੀ ਨਹੀਂ ਸਿਵਾਏ ਗੁਰੂ ਨਾਨਕ ਸਾਹਿਬ ਜੀ ਤੋਂ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ। ਆਦਿ ਕਉ ਬਿਸਮਾਦ ਵਿਚਾਰ ਕਥੀਅਲੇ, ਸੁਨ ਨਿਰੰਤਰ ਵਾਸ ਲੀਆ। ਹੁਣ ਜਿਹੜੀਆਂ ਪਿੱਛੇ 21ਵੀਂ ਤੇ 22ਵੀਂ ਪੌੜੀਆਂ ਦੇ ਪ੍ਰਸ਼ਨਾਂ ਦਾ ਉੱਤਰ ਮਹਾਰਾਜ ਜੀ ਇਉਂ ਦੇ ਰਹੇ ਨੇ ਕਿ ਸ੍ਰਿਸ਼ਟੀ ਦੇ ਆਦਿ ਦਾ ਵਿਚਾਰ ਜਿਹੜਾ ਵਿਸਮਾਦ ਅਸਚਰਜ ਆਖਿਆ ਜਾਂਦਾ ਹੈ ਨਾ, ਕਿਉਂਕਿ ਉਦੋਂ ਕੇਵਲ ਅਫੁਰ ਅਵਸਥਾ ਵਿੱਚ ਪਰਮਾਤਮਾ ਨੇ ਆਪ ਆਪਣੇ ਅੰਦਰ ਹੀ ਵਾਸਾ ਕੀਤਾ ਹੋਇਆ ਸੀ। ਕਿਉਂਕਿ ਪ੍ਰਸ਼ਨ ਸੋਝੀ ਵਾਲੇ ਤੇ ਸਮਝ ਵਾਲੇ ਨੇ ਪਹਿਲਾਂ 21ਵੀਂ ਪੌੜੀ ਵਿੱਚ ਜਿਹੜੇ ਪ੍ਰਸ਼ਨ ਕੀਤੇ, ਫਿਰ 22ਵੀਂ ਪੌੜੀ ਵਿੱਚ ਕੀਤੇ, ਇਹਦਾ ਜਵਾਬ ਅੱਗੇ 23ਵੀਂ ਪੌੜੀ ਵਿੱਚ ਸਮੁੱਚੇ ਰੂਪ ਵਿੱਚ ਕਥਨ ਮਹਾਰਾਜ ਨੇ ਇਉਂ ਕੀਤਾ ਕਿ ਆਦਿ ਕੋ ਬਿਸਮਾਦ ਵਿਚਾਰ ਕਥੀਅਲੇ। ਸ੍ਰਿਸ਼ਟੀ ਦੇ ਆਦਿ ਦਾ ਵਿਚਾਰ ਜੋ ਅਸਚਰਜ ਕਿਹਾ ਜਾਂਦਾ ਹੈ, ਅਸਚਰਜ ਦਾ ਅਰਥ ਹੈ ਵਾਹੇ, ਵਾਹ, ਤੇ ਗੋ ਹੁੰਦਾ ਅਗਿਆਨ ਦਾ ਹਨੇਰਾ ਮੇਟ ਕੇ, ਜੋ ਰੂਹ ਦਾ ਅਰਥ ਹੁੰਦਾ ਪ੍ਰਕਾਸ਼ ਕਰਦਾ, ਵਾਹਿਗੁਰੂ। ਸ੍ਰਿਸ਼ਟੀ ਦੇ ਆਦਿ ਦਾ ਵਿਚਾਰ ਜਿਹੜਾ ਹੈ ਨਾ ਵਾਹਿਗੁਰੂ ਆਖਿਆ ਜਾਂਦਾ ਹੈ, ਉਹ ਵਾਹਿਗੁਰੂ, ਕਿਉਂਕਿ ਉਦੋਂ ਕੇਵਲ ਅਫੁਰ ਅਵਸਥਾ ਵਿੱਚ ਪਰਮਾਤਮਾ ਨੇ ਆਪ ਆਪਣੇ ਅੰਦਰ ਹੀ ਵਾਸਾ ਕੀਤਾ ਹੋਇਆ ਸੀ, ਹੋਰ ਦੂਜਾ ਹੈ ਹੀ ਨਹੀਂ ਸੀ ਕੋਈ। ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿਤੇ ਹੋਤਾ, ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀਅਲੇ, ਘਟ ਘਟ ਸਾਚਾ ਸਰਬ ਜੀਆ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਚਨ ਕਿ ਹੇ ਸਿੱਧੋ, ਗੁਰੂ ਦਾ ਗਿਆਨ ਜੋ ਕਲਪਨਾ ਤੋਂ ਰਹਿਤ ਹੈ, ਅਕਲਪਤ ਹੁੰਦਾ ਕਲਪਨਾ ਤੋਂ ਰਹਿਤ, ਅਸਲੀ ਮੁਦਰਾ ਤੋਂ ਭਾਵ ਦਾ ਨਿਸ਼ਾਨੀ ਹੈ।
ਅਸਾਂ ਉਸ ਦੀ ਵਿਚਾਰ ਕੀਤੀ ਹੈ ਕਿ ਸਾਰੇ ਜੀਆਂ ਵਿੱਚ ਘਟਾਂ ਘਟਾਂ ਵਿੱਚ ਦਿਲਾਂ ਦਿਲਾਂ ਵਿੱਚ ਉਹ ਸੱਚਾ ਵਾਹਿਗੁਰੂ ਵਾਸਾ ਕਰ ਰਿਹਾ ਹੈ। ਇਹੀ ਉਸ ਅਕਲਪਤ ਕਲਪਨਾ ਤੋਂ ਰਹਿਤ ਵਾਹਿਗੁਰੂ ਦੀ ਨਿਸ਼ਾਨੀ ਹੈ, ਅਸਲੀ ਨਿਸ਼ਾਨੀ ਕਿ ਉਹ ਦਿਲਾਂ ਦਿਲਾਂ ਵਿੱਚ ਆਪ ਹੀ ਬੈਠਾ ਹੈ। ਇਹ ਵੱਡੀ ਵਿਚਾਰ ਕਰ ਲਓ। ਗੁਰਬਚਨੀ ਅਵਗਤ ਸਮਾਈਐ ਤਤ ਨਿਰੰਜਨ ਸਹਿਜ ਲਹੈ। ਸਤਿਗੁਰੂ ਮਹਾਰਾਜ ਕਹਿੰਦੇ ਜੋ ਅਵਿਅਕਤ ਵਾਹਿਗੁਰੂ ਪ੍ਰਮਾਤਮਾ ਗੁਰੂ ਦੇ ਬਚਨਾਂ ਦੁਆਰਾ ਹੀ ਸਮਾਈਦਾ ਹੈ ਉਹਦੇ ਵਿੱਚ, ਕਿਉਂਕਿ ਅਕਾਲ ਪੁਰਖ ਵਿੱਚ ਸਮਾਉਣਾ ਹੋਰ ਕੋਈ ਰਸਤਾ ਨਹੀਂ। ਗੁਰੂ ਦੇ ਰਾਹੀਂ ਹੀ, ਸਤਿਗੁਰੂ ਦੇ ਉਪਦੇਸ਼ ਦੇ ਨਾਲ ਹੀ ਆਪਾਂ ਉੱਥੇ ਤੱਕ ਪਹੁੰਚ ਸਕਦੇ ਹਾਂ, ਕਿਉਂਕਿ ਉੱਥੇ ਤੱਕ ਪਹੁੰਚ ਕੇਵਲ ਸਤਿਗੁਰੂ ਦੀ ਹੀ ਹੈ, ਹੋਰਨਾਂ ਦੀ ਪਹੁੰਚ ਉੱਥੇ ਤੱਕ ਨਹੀਂ ਹੈ। ਇਸ ਤਰ੍ਹਾਂ ਤਤ ਨਿਰੰਜਨ ਜੋ ਤਤ ਸਰੂਪ ਮਾਇਆ ਕਾਲਖ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਸਹਿਜੇ ਹੀ ਪਾ ਲਈਦਾ। ਸ਼ਬਦ ਤੋਂ ਬਿਨਾਂ ਉਹਨੂੰ ਕੋਈ ਮਿਲਣ ਦਾ, ਪਹੁੰਚਣ ਦਾ ਉਹਦੇ ਤੱਕ ਯਤਨ ਨਾ ਕਰੇ। ਕਰਮ ਕਾਂਡਾਂ ਦੇ ਨਾਲ, ਚਲਾਕੀਆਂ ਦੇ ਨਾਲ, ਆਪਣੀ ਬੁੱਧੀ ਦੀ ਸਿਆਣਪ ਨਾਲ ਉੱਥੇ ਤੱਕ ਕੋਈ ਵੀ ਬੰਦਾ ਨਹੀਂ ਪਹੁੰਚ ਸਕਦਾ। ਨਾਨਕ ਦੂਜੀ ਕਾਰ ਨਾ ਕਰਨੀ ਸੇਵੈ ਸਿੱਖ ਸੋ ਖੋਜ ਲਹੈ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਗੁਰੂ ਜੀ ਦੇ ਬਚਨ ਤੇ ਚੱਲਣ ਤੋਂ ਸਿਵਾਏ ਹੋਰ ਦੂਜੀ ਕਾਰ ਨਹੀਂ ਕਰਨੀ ਚਾਹੀਦੀ। ਜਿਵੇਂ ਆਪ ਜੀ ਨੇ ਬਚਨ ਸੁਣਿਆ ਨਾ ਸਤਿਗੁਰੂ ਜੀ ਦਾ, ਜੋ ਗੁਰ ਕਹੈ ਸੋਈ ਭਲ ਮਾਨਹੁ ਹਰ ਹਰ ਕਥਾ ਨਿਰਾਲੀ, ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੈ। ਸਤਿਗੁਰੂ ਜੀ ਦੇ ਬਚਨ ਤੋਂ ਬਾਹਰ ਨਾ ਚੱਲੋ। ਜੋ ਸਿੱਖ ਅਜਿਹੀ ਕਾਰ ਕਰਦਾ ਨਾ, ਉਹ ਖੋਜ ਕੇ ਤਤ ਨਿਰੰਜਨ ਪਰਮਾਤਮਾ ਨੂੰ ਲੱਭ ਲੈਂਦਾ। ਸਤਿਗੁਰੂ ਦੇ ਬਚਨਾਂ ਅਨੁਸਾਰ ਚੱਲਣਾ ਚਾਹੀਦਾ ਹੈ। ਦੂਜੀ ਗੱਲ ਨਾ ਕਰੇ, ਦੂਜਾ ਕਰਮ ਨਾ ਕਰੇ। ਇੱਕ ਪਾਸੇ ਇੱਧਰ ਪੈਰ, ਇੱਕ ਪਾਸੇ ਦੂਜੀ ਬੇੜੀ 'ਚ ਪੈਰ ਨਾ ਰੱਖੇ। ਸਾਡੇ ਸਤਿਗੁਰੂ ਜੀ ਦੇ ਤਾਂ ਕਿਸੇ ਤੋਂ ਛੋਟੇ ਨੇ, ਜਾਂ ਸਾਡੇ ਸਤਿਗੁਰੂ ਨੂੰ ਗਿਆਨ ਨਹੀਂ, ਜਾਂ ਸਾਡੇ ਸਤਿਗੁਰੂ ਸ਼ਕਤੀ ਨਹੀਂ, ਤਾਂ ਕੋਈ ਪਰੇ ਜਾਵੇ। ਐਸੇ ਬਹੁਤ ਸਾਰੇ ਸੱਜਣ ਮਿਲਦੇ ਵੀ ਨੇ ਜਿਹੜੇ ਕਹਿੰਦੇ ਨੇ ਕਿ ਜੇ ਚਲੋ ਅੰਮ੍ਰਿਤ ਛਕਿਆ ਹੈ, ਪਰ ਉਹ ਸਾਨੂੰ ਇੱਕ ਫਲਾਨਾ ਯੋਗਾ ਅਭਿਆਸੀ ਮਿਲਿਆ ਸੀ, ਚਲੋ ਤਾਂ ਕੀ ਹੈ, ਜੋ ਉਹ ਵੀ ਮੈਡੀਟੇਸ਼ਨ ਕਰਾਉਂਦਾ, ਫਲਾਨਾ ਇੱਕ ਹੋਰ ਮਿਲਿਆ ਸੀ ਉਹ ਵੀ ਦੱਸਦਾ, ਫਲਾਨਾ ਇੱਕ। ਇਹਦਾ ਮਤਲਬ ਅਸੀਂ ਆਪਣੇ ਸਤਿਗੁਰੂ ਤੇ ਵਿਸ਼ਵਾਸ ਨਹੀਂ ਕਰ ਰਹੇ। ਜਦੋਂ ਕਿ ਸਾਡੇ ਸਤਿਗੁਰੂ ਸਾਰਿਆਂ ਤੋਂ ਵੱਡੇ ਨੇ, ਪਰ ਫਿਰ ਵੀ ਸਾਡੇ ਅੰਦਰ ਸਤਿਗੁਰੂ ਪ੍ਰਤੀ ਵਿਸ਼ਵਾਸ ਹੀ ਨਹੀਂ ਪੈਦਾ ਹੋ ਰਿਹਾ। ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਤਾਂ ਸਾਰੇ ਡਿੱਗਦੇ ਨੇ, ਤੇ ਅਸੀਂ ਜਾ ਕੇ ਕਿਸੇ ਹੋਰ ਦੇ ਚਰਨਾਂ ਤੇ ਡਿੱਗੀਏ, ਫਿਰ ਇਹ ਚੰਗੀ ਗੱਲ ਨਹੀਂ। ਮਹਾਰਾਜ ਗੁਰੂ ਨਾਨਕ ਸਾਹਿਬ ਆਪ ਕਹਿੰਦੇ ਨੇ, ਘਰ ਹੁੰਦਾ ਮੰਗਣ ਜਾਈਐ ਫਿਰ ਉਲਾਮਾ ਮਿਲੈ ਤਹੀ। ਹੁਕਮ ਬਿਸਮਾਦ ਹੁਕਮ ਪਛਾਣੈ, ਜੀ ਜੁਗਤ ਸੱਚ ਜਾਣੈ ਸੋਈ। ਹੁਣ ਮਹਾਰਾਜ ਕਹਿੰਦੇ ਪ੍ਰਭੂ ਦਾ ਹੁਕਮ ਜਿਹੜਾ ਨਾ ਅਸਚਰਜ ਹੈ, ਵਾਹਿਗੁਰੂ ਦਾ ਹੁਕਮ। ਪਰ ਜਿਹੜਾ ਮਨੁੱਖ ਹੁਕਮੀ ਦੇ ਹੁਕਮ ਵਿੱਚ ਚੱਲ ਕੇ ਹੁਕਮ ਨੂੰ ਪਛਾਣ ਲੈਂਦਾ ਹੈ, ਬੜਾ ਡੂੰਘਾ ਵਿਚਾਰ ਹੈ। ਜਿਹੜਾ ਮਨੁੱਖ ਹੁਕਮੀ ਦੇ ਹੁਕਮ ਵਿੱਚ ਚੱਲ ਕੇ ਹੁਕਮ ਨੂੰ ਪਛਾਣ ਲੈਂਦਾ ਹੈ ਨਾ, ਉਹੀ ਜੀਵਨ ਜੁਗਤੀ ਅਤੇ ਸੱਚ ਪਰਮੇਸ਼ਰ ਨੂੰ ਜਾਣਦਾ ਹੈ। ਦੂਜਾ ਨਹੀਂ ਉਹਨੂੰ ਪਛਾਣ ਸਕਦਾ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪ੍ਰਵਾਹ। ਔਰ ਜਪਜੀ ਸਾਹਿਬ ਦੀਆਂ ਪਹਿਲੀਆਂ ਪੌੜੀਆਂ 'ਚ ਕਿੰਨਾ ਮਹਾਰਾਜ ਨੇ ਵੱਡਾ ਗਿਆਨ ਬਖਸ਼ਿਆ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀਅ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਐ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਉਹਦੇ ਹੁਕਮ ਵਿੱਚ ਚੱਲ ਕੇ ਹੁਕਮ ਨੂੰ ਪਛਾਣ ਲੈਂਦਾ ਹੈ, ਉਹੀ ਜੀਵਨ ਜੁਗਤੀ ਅਤੇ ਸੱਚ ਪਰਮੇਸ਼ਰ ਨੂੰ ਜਾਣ ਸਕਦਾ ਹੈ। ਭਾਵ ਉਸ ਨਾਲ ਪੱਕੀ ਸਾਂਝ ਪਾਉਂਦਾ ਹੈ। ਆਪ ਮੇਟ ਨਿਰਾਲਮ ਹੋਵੈ, ਅੰਤਰ ਸਾਚ ਜੋਗੀ ਕਹੀਐ ਸੋਈ। ਮਹਾਰਾਜ ਕਹਿੰਦੇ ਉਹ ਆਪਾ ਭਾਵ ਮਿਟਾ ਕੇ ਦੁਨੀਆ ਤੋਂ ਨਿਰਲੇਪ ਹੁੰਦਾ ਹੈ। ਉਸ ਦੇ ਅੰਦਰ ਸੱਚ ਸਮਾ ਗਿਆ ਹੁੰਦਾ ਹੈ ਅਤੇ ਸਹੀ ਅਰਥਾਂ ਵਿੱਚ ਉਸੇ ਨੂੰ ਜੋਗੀ ਕਿਹਾ ਜਾਂਦਾ ਹੈ। ਕਿਉਂਕਿ ਸ੍ਰਿਸ਼ਟੀ ਰਚਨਾ ਬਾਰੇ ਸਤਿਗੁਰੂ ਜੀ ਨੇ ਭਾਰਤੀ ਚਿੰਤਕਾਂ ਵਾਂਗੂ ਕੋਈ ਕਲਪਨਾ ਨਹੀਂ ਕੀਤੀ। ਵਾਹਿਗੁਰੂ ਨੇ ਸੰਸਾਰ ਨੂੰ ਕਿਵੇਂ ਹੋਂਦ ਵਿੱਚ ਲਿਆਂਦਾ, ਇਹ ਸਮਝ ਤੋਂ ਪਰੇ ਦੀ ਗੱਲ ਹੈ।
ਹਾਂ, ਜੇ ਕੋਈ ਇਸ ਬਾਰੇ ਨਿਸ਼ਚਿਤ ਗੱਲ ਕਰਨੀ ਹੈ ਤਾਂ ਉਸ ਪਰਮੇਸ਼ਰ ਦਾ ਹੁਕਮ ਹੈ। ਮਾਰੂ ਰਾਗ ਵਿੱਚ ਗੁਰੂ ਮਹਾਰਾਜ ਨੇ ਇਸ ਵਿਸ਼ੇ ਤੇ ਇਹੋ ਵਿਚਾਰ ਪ੍ਰਗਟਾਏ ਨੇ। ਵਿਰਲੇ ਕਉ ਗੁਰ ਸ਼ਬਦ ਸੁਣਾਇਆ, ਕਰ ਕਰ ਦੇਖੈ ਹੁਕਮ ਸਬਾਇਆ। ਖੰਡ ਬ੍ਰਹਿਮੰਡ ਪਾਤਾਲ ਅਰੰਭੇ, ਗੁਪਤੋ ਪ੍ਰਗਟੀ ਆਇਂਦਾ। ਤਾਕਾ ਅੰਤ ਨ ਜਾਣੈ ਕੋਈ, ਪੂਰੇ ਗੁਰ ਤੇ ਸੋਝੀ ਹੋਈ। ਨਾਨਕ ਸਾਚ ਰਤੇ ਬਿਸਮਾਦੀ, ਬਿਸਮ ਪਏ ਗੁਣ ਗਾਇਂਦਾ। ਸੋ ਇੱਥੇ ਬਿਸਮ ਪੇਖੈ, ਬਿਸਮ ਸੁਣੀਐ, ਬਿਸਮਾਦ ਨਦਰੀ ਆਇਆ ਵਾਲਾ ਤਤ ਗਿਆਨ ਹੈ। ਜਦੋਂ ਇਹ ਰਚਨਾ ਨਹੀਂ ਸੀ ਉਦੋਂ ਵੀ ਆਪੇ ਆਪ ਸੀ, ਜਦੋਂ ਇਹ ਰਚਨਾ ਦਾ ਅੰਤ ਹੋ ਜਾਵੇਗਾ ਤਾਂ ਵੀ ਆਪੇ ਆਪ ਹੀ ਰਹਿ ਜਾਏਗਾ। ਪੂਰੇ ਦਾ ਕੀਤਾ ਹੋਇਆ ਸਭ ਕੁਝ ਪੂਰਾ ਮੁਕੰਮਲ ਹੈ, ਅਧੂਰਾ ਜਾਂ ਘੱਟ ਵੱਧ ਕੁਝ ਵੀ ਨਹੀਂ। ਘਾਟ ਹਮੇਸ਼ਾ ਉਸ ਚੀਜ਼ ਚੋਂ ਪਾਈ ਜਾਂਦੀ ਹੈ ਜਦੋਂ ਉਸ ਤੋਂ ਪਹਿਲਾਂ ਕੋਈ ਚੀਜ਼ ਵੇਖੀ ਗਈ ਹੋਵੇ। ਇਸ ਲਈ ਆਦਿ ਬਾਰੇ ਸਭ ਕੁਝ ਵਿਸਮਾਦ ਹੈ। ਸੁਨ ਕਲਾ ਅਪਰੰਪਰ ਧਾਰੀ, ਆਪ ਨਿਰਾਲਮ ਅਪਰ ਅਪਾਰੀ। ਆਪੇ ਕੁਦਰਤ ਕਰ ਕਰ ਦੇਖੈ, ਸੁਨਹੁ ਸੁਨ ਉਪਾਇਂਦਾ। ਅਵਗਤੋ ਨਿਰਮਾਇਲ ਉਪਜੇ, ਨਿਰਗੁਣ ਤੇ ਸਰਗੁਣ ਥੀਆ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਵਿਸ਼ੇਸ਼ ਜਿਹੜਾ ਪ੍ਰਸ਼ਨ ਆ ਉਹਦਾ ਉੱਤਰ ਨਹੀਂ ਦੇ ਰਹੇ। ਜੋਗੀਆਂ ਨੂੰ ਗੁਰਮਤਿ ਵਿਆਖਿਆ ਰਾਹੀਂ ਕਿਰਤਾਰਥ ਕਰਕੇ ਦੱਸਦੇ ਨੇ 24ਵੀਂ ਪੌੜੀ ਵਿੱਚ, ਅਵਗਤੋ ਨਿਰਮਾਇਲ ਉਪਜੇ, ਨਿਰਗੁਣ ਤੇ ਸਰਗੁਣ ਥੀਆ। ਅਵਗਤੋ ਹੁੰਦਾ ਹੈ ਜੋ ਵਿਅਕਤੀ ਰਹਿਤ ਪ੍ਰਭੂ ਤੋਂ, ਵਿਅਕਤੀ ਰਹਿਤ ਪ੍ਰਭੂ ਤੋਂ ਆਪ ਹੀ ਨਿਰਮਲ ਰੂਪ ਪ੍ਰਭੂ ਪ੍ਰਗਟ ਹੋਏ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਅਤੇ ਨਿਰਗੁਣ ਤੋਂ ਸਰਗੁਣ ਰੂਪ ਵਿਕਾਸ ਤੋਂ ਭਾਵ ਹੋਂਦ ਵਿੱਚ ਆਇਆ। ਸੋ ਆਕਸੀਜਨ, ਹਾਈਡਰੋਜਨ ਰਲ ਜਾਂਦੀਆਂ ਗੈਸਾਂ, ਬਣ ਜਾਂਦਾ ਪਾਣੀ। ਪਾਣੀ ਨੂੰ ਕਰਦੇ ਆ ਫਰੀਜ਼, ਬਣ ਜਾਂਦੀ ਬਰਫ਼। ਬਰਫ਼ ਨੂੰ ਰੱਖੀਏ ਬਾਹਰ, ਬਣ ਜਾਂਦਾ ਪਾਣੀ। ਪਾਣੀ ਮੁੜ ਕੇ ਫਿਰ ਗੈਸ ਦੇ ਰੂਪ ਹੋ ਜਾਂਦਾ। ਇਸੇ ਤਰ੍ਹਾਂ ਹੀ ਹੈ ਨਿਰਗੁਣ, ਜੋ ਨਜ਼ਰ ਨਹੀਂ ਆਉਂਦੀਆਂ ਦੋ ਗੈਸਾਂ ਜਿਵੇਂ, ਪਰ ਪਾਣੀ ਮਹਾਰਾਜ ਕਹਿੰਦੇ ਨਜ਼ਰ ਆਉਂਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਨਿਰਗੁਣ ਤੋਂ ਸਰਗੁਣ, ਸਰਗੁਣ ਹੁੰਦਾ ਜੋ ਸਾਹਮਣੇ ਨਜ਼ਰ ਆਉਣ ਵਾਲਾ ਰੂਪ ਹੋਵੇ, ਨਿਰਗੁਣ ਹੁੰਦਾ ਜੋ ਨਜ਼ਰ ਨਾ ਆਵੇ। ਨਿਰਗੁਣ ਤੋਂ ਸਰਗੁਣ ਰੂਪ ਵਾਹਿਗੁਰੂ ਨੇ ਧਾਰਨ ਕੀਤਾ। ਇਸ ਕਰਕੇ ਸੰਸਾਰ ਨੂੰ ਪ੍ਰਗਟ ਕੀਤਾ ਆਪਣੇ ਸਰੂਪ ਦੇ ਵਿੱਚੋਂ। ਏਕੋ ਹੰਗ ਸਿਆਮਾ ਬਹੁ ਪਰਜਾ ਜਾਏ, ਤੇ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਸਤਿਗੁਰ ਪਰਚੈ ਪਰਮ ਪਦ ਪਾਈਐ, ਸਾਚੈ ਸ਼ਬਦ ਸਮਾਏ ਲਿਆ। ਸਤਿਗੁਰੂ ਦੇ ਭਤੀਜਣ ਨਾਲ ਪਰਮ ਪਦ ਪ੍ਰਾਪਤ ਹੁੰਦਾ ਹੈ। ਸਤਿਗੁਰ ਪਰਚੈ ਪਰਮ ਪਦ ਪਾਈਐ, ਪਰਮ ਪਦ ਉੱਚੀ ਆਤਮਿਕ ਗਿਆਨ ਦੀ, ਬ੍ਰਹਮ ਗਿਆਨ ਦੀ ਅਵਸਥਾ, ਜਿੱਥੇ ਜਾ ਕੇ ਜੀਵ ਲੀਨ ਹੋ ਜਾਂਦਾ ਹੈ। ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਤੀਜ ਪੈਣ, ਪ੍ਰਸੰਨ ਹੋ ਜਾਣ, ਜੇ ਸਾਡਾ ਪਰਚਾ ਪੈ ਜਾਵੇ ਸ਼ਬਦ ਵਿੱਚ, ਸੱਚੇ ਸ਼ਬਦ ਭਾਵ ਬ੍ਰਹਮ ਨੇ ਜੀਵ ਨੂੰ ਜਦੋਂ ਆਪਣੇ ਵਿੱਚ ਲੀਨ ਕਰ ਲਿਆ। ਏਕੇ ਕਉ ਸੱਚ ਏਕਾ ਜਾਣੈ, ਹਉਮੈ ਦੂਜਾ ਦੂਰ ਕੀਆ। ਏਕੈ ਕਉ ਸੱਚ ਏਕਾ ਜਾਣੈ, ਉਦੋਂ ਤੋਂ ਉਹ ਕੇਵਲ ਇੱਕ ਪਰਮੇਸ਼ਰ ਨੂੰ ਹੀ ਇੱਕੋ ਸੱਚਾ ਸਰੂਪ ਜਾਣਦਾ ਹੈ, ਕਿਉਂਕਿ ਉਸਨੇ ਹਉਮੈ ਅਤੇ ਦੂਜਾ ਭਾਵ ਆਪਣੇ ਤੋਂ ਦੂਰ ਕਰ ਲਿਆ। ਜਾਣ ਲਿਆ ਕਿ ਵੀ ਮੈਂ, ਤੂੰ। ਕੀ ਕਹਿੰਦੇ ਭਗਤ ਰਵਿਦਾਸ ਜੀ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਕਹਿੰਦੇ ਜਦੋਂ ਤੱਕ ਮੈਂ ਸੀ ਉਦੋਂ ਤੱਕ ਤੁਹਾਡੇ ਦਰਸ਼ਨ ਨਹੀਂ ਹੋਏ। ਮੈਂ ਕਰਦੇ ਨੂੰ ਬੰਦੇ ਨੂੰ ਦਰਸ਼ਨ ਨਹੀਂ ਹੁੰਦੇ। ਜਦੋਂ ਤੁਹਾਡੇ ਦਰਸ਼ਨ ਹੋਏ ਤਾਂ ਮੇਰੀ ਮੈਂ ਹੀ ਖਤਮ ਹੋ ਗਈ। ਹੁਣ ਤੂੰ ਹੀ ਹੈ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਉਹਨੇ ਹਉਮੈ ਅਤੇ ਦੂਜਾ ਭਾਵ ਦੂਰ ਕਰ ਲਿਆ। ਭਗਤ ਨਾਮਦੇਵ ਜੀ ਨੇ ਸਾਰੇ ਥਾਵਾਂ ਤੇ ਵਾਹਿਗੁਰੂ ਨੂੰ ਹੀ ਦੇਖਿਆ, ਦੂਜਾ ਕੋਈ ਨਜ਼ਰ ਹੀ ਨਹੀਂ ਆਉਂਦਾ। ਭਾਈ ਕਨਈਆ ਜੀ ਨੇ ਦੂਜਾ ਦੇਖਿਆ ਹੀ ਨਹੀਂ। ਸੋ ਜੋਗੀ ਗੁਰ ਸ਼ਬਦ ਪਛਾਣੈ, ਅੰਤਰ ਕਮਲ ਪ੍ਰਗਾਸ ਥੀਆ। ਜੋਗੀ ਉਹ ਹੈ ਜੋ ਗੁਰੂ ਦਾ ਸ਼ਬਦ ਪਛਾਣਦਾ। ਉਸ ਦੇ ਅੰਦਰ ਕਮਲ, ਜਿਹੜਾ ਹਿਰਦਾ ਕਮਲ ਹੈ, ਪ੍ਰਕਾਸ਼ ਹੋ ਗਿਆ, ਭਾਵ ਉਸ ਦੇ ਹਿਰਦੇ ਵਿੱਚ ਆਤਮਿਕ ਖੇੜਾ ਆ ਗਿਆ।
ਸੋ ਇਹ ਜਿਹੜਾ ਹਿਰਦਾ ਕਮਲ ਦਾ ਚੱਕਰ ਹੈ, ਇਹ ਇੱਥੇ ਆ ਕੇ ਹੁਣ ਰੂਹਾਨੀ ਚੀਜ਼ਾਂ ਆ ਜਾਂਦੀਆਂ ਨੇ। ਇਹ ਸਿਰਫ ਅਭਿਆਸੀਆਂ ਨੂੰ ਜਾਂ ਭਗਤਾਂ ਨੂੰ, ਮਿਹਨਤ ਕਰਨ ਵਾਲਿਆਂ ਨੂੰ, ਜੇ ਅੰਮ੍ਰਿਤ ਵੇਲੇ ਉੱਠ ਕੇ ਜਾਂ ਸਾਰੀ ਸਾਰੀ ਰਾਤ ਕਮਾਈ ਕਰਦੇ ਨੇ, ਮੂਲ ਮੰਤਰ ਦਾ, ਗੁਰਮੰਤਰ ਦਾ ਅਭਿਆਸ ਕਰਦੇ ਨੇ, ਗੁਰਬਾਣੀ ਦਾ ਅਭਿਆਸ ਕਰਦੇ ਨੇ, ਹੁਣ ਇਹ ਗੱਲ ਉਹਨਾਂ ਦੀ ਆ ਗਈ। ਹੁਣ ਸਿਰਫ ਉਹਨਾਂ ਵਾਸਤੇ ਹੀ ਮੈਂ ਕਹਿੰਦਾ, ਕਿਉਂ ਭਾਈ, ਕਦੇ ਦੇਖਿਆ ਫਿਰ ਕਮਲ ਹਿਰਦੇ 'ਚ? ਹਿਰਦਾ ਕਮਲ ਨਜ਼ਰ ਆਉਂਦਾ, 16 ਪੰਖੜੀਆਂ, ਚਿੱਟਾ ਰੰਗ ਸਾਹਮਣੇ ਨਜ਼ਰ ਆ ਜਾਂਦਾ। ਬੜੇ ਬੜੇ ਗੁਰਮੁਖ ਬੈਠੇ ਨੇ ਆਪਣੇ ਪੰਥ ਵਿੱਚ, ਜਿਨ੍ਹਾਂ ਨੂੰ ਸਭ ਕੁਝ ਦਿਖਦਾ। ਜਦੋਂ ਦੱਸਦੇ ਨੇ ਤਾਂ ਹੈਰਾਨਗੀ ਵੀ ਹੁੰਦੀ ਹੈ। ਹਿਰਦਾ ਅੰਦਰ, ਉਹ ਕਮਲ ਬਾਹਰ ਵੀ ਨਜ਼ਰ ਆਉਂਦਾ, ਸਿੱਧਾ ਹੋ ਜਾਂਦਾ। ਪਹਿਲਾਂ ਊਂਦਾ ਭਾਂਡਾ ਕਛੂ ਨਾ ਸਮਾਵੇ, ਪਹਿਲਾਂ ਮੁੱਦਾ ਹੁੰਦਾ। ਪਹਿਲਾਂ ਅਸੀਂ ਵੀ ਯਕੀਨ ਨਹੀਂ ਸੀ ਕਰਦੇ ਇਹਨਾਂ ਗੱਲਾਂ ਤੇ, ਵੀ ਸ਼ਾਇਦ ਉਦਾਂ ਹੀ ਹੁੰਦਾ। ਸੋ ਡਾਕਟਰ ਵੀ ਕਹਿੰਦੇ ਹੋਣੇ ਕਿ ਸਰਜਰੀ ਕਰਕੇ ਤਾਂ ਦੇਖਿਆ ਅੰਦਰ ਤਾਂ ਕੋਈ ਕਮਲ ਨਹੀਂ ਹੈ, ਪਰ ਇਹ ਆਤਮਕ ਅਵਸਥਾਵਾਂ ਨੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ, ਜਿਹੜਾ ਜੋਗੀ ਗੁਰੂ ਦੇ ਸ਼ਬਦ ਨੂੰ ਪਛਾਣ ਲੈਂਦਾ ਹੈ ਨਾ, ਉਹ ਜਦੋਂ ਸ਼ਬਦ ਦੇ ਰਾਹੀਂ ਅਭਿਆਸ ਕਰਦਿਆਂ ਉਹਦੀ ਅਵਸਥਾ ਬਣਦੀ ਹੈ। ਜ਼ੁਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ, ਫਿਰ ਹੌਲੀ ਹੌਲੀ ਕੰਠ ਵਿੱਚ ਜਾਪ ਹੋਣਾ, ਫਿਰ ਹਿਰਦੇ 'ਚ ਹੋਣਾ, ਫਿਰ ਹਿਰਦਾ ਕਮਲ ਖਿੜਨਾ, ਫਿਰ ਨਾਭੀ 'ਚ ਜਾਪ ਹੋਣਾ, ਰੋਮਾ ਰੋਮਾ ਜਾਪ ਨੇ ਚਲੇ ਜਾਣਾ, ਆਨੰਦ ਮਾਣਨਾ ਗੁਰਬਾਣੀ ਦਾ। ਇਹ ਬੜੀਆਂ ਦੂਰ ਦੀਆਂ ਅਵਸਥਾਵਾਂ ਨੇ। ਜੀਵਤ ਮਰੈ ਤਾਂ ਸਭ ਕਿਛ ਸੂਝੈ, ਅੰਤਰ ਜਾਣੈ ਸਰਬ ਦਇਆ। ਮਹਾਰਾਜ ਕਹਿੰਦੇ, ਆਓ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਸਾਰਾ ਕੁਝ ਤਾਂ ਮੈਂ ਦਿਖਾ ਦਿੰਦਾ ਹਾਂ, ਪਰ ਬਚਨ ਸਾਡੇ ਕਮਾਉਣੇ ਪੈਣਗੇ। ਕਹਿੰਦੇ, ਜਿਹੜਾ ਪ੍ਰਾਣੀ ਜੀਵਤ ਭਾਵ ਤੋਂ ਮਰਦਾ ਨਾ, ਉਸ ਨੂੰ ਸਭ ਕੁਝ ਆਗਮ ਨਿਗਮ ਦਾ ਭੇਦ ਪਤਾ ਲੱਗ ਜਾਂਦਾ। ਹੁਣ ਜੀਵਤ ਭਾਵ ਤੋਂ ਆਪਾਂ ਮਰਨਾ ਨਹੀਂ, ਕਿਉਂਕਿ ਜੀਵਤ ਭਾਵ ਤੋਂ ਗੱਲੀ ਬਾਤੀ ਮਰਿਆ ਨਹੀਂ ਜਾਂਦਾ। ਜੀਵਤ ਭਾਵ ਤੋਂ ਮਰਨਾ ਸੇਵਾ ਕਰਨੀ, ਸਿਮਰਨ ਕਰਨਾ, ਮਿੱਠਾ ਬੋਲਣਾ, ਨਿਯਮ ਚੱਲਣਾ, ਅਜਰ ਅਵਸਥਾ ਰੱਖਣੀ। ਧੰਨ ਗੁਰੂ ਅਮਰਦਾਸ ਮਹਾਰਾਜ, ਜੇ ਕਿਸੇ ਨੇ ਕਹਿਤਾ ਕੋਈ ਗੱਲ, ਭੁੱਲਾ ਜੀ, ਭਲਾ ਜੀ, ਭਾਣਾ ਜੀ, ਕਦੇ ਗੁੱਸਾ ਨਹੀਂ ਕੀਤਾ। ਭਗਤੀ ਕਰਨੀ ਬਹੁਤ ਔਖੀ, ਆਪਣਾ ਆਪ ਮਾਰ ਲੈਣਾ ਅੰਦਰੋਂ, ਆਪਣਾ ਆਪ ਮਾਰਨਾ ਬਹੁਤ ਔਖਾ ਹੈ। ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਪਰਖ ਲਈ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ, ਜਦੋਂ ਨਾਮ ਸੀ ਭਾਈ ਜੇਠਾ ਜੀ, ਗੋਇੰਦਵਾਲ ਸਾਹਿਬ, ਸੋ ਵੱਡੇ ਸਨ ਜਿਹੜੇ ਭਾਈ ਰਾਮਾ ਜੀ, ਕਿਉਂਕਿ ਮਹਾਰਾਜ ਦੀਆਂ 2 ਸਪੁੱਤਰੀਆਂ ਸਨ। ਸੋ ਇਸ ਕਰਕੇ ਵੱਡੇ ਹੋਣ ਕਰਕੇ ਉਹਨਾਂ ਦੇ ਮਨ ਦੀ ਇੱਛਾ ਸੀ ਕਿ ਮੈਨੂੰ ਗੁਰਤਾ ਗੱਦੀ ਮਿਲੇ, ਪਰ ਸਤਿਗੁਰੂ ਰਾਮਦਾਸ ਮਹਾਰਾਜ ਦੀ ਕੋਈ ਇੱਛਾ ਨਹੀਂ ਸੀ। ਜਦੋਂ ਕਿਹਾ ਕਿ ਥੜਾ ਬਣਾਓ, ਇੱਟਾਂ ਚਿਣ ਕੇ, ਗਾਰਾ ਲਾ ਕੇ ਚੰਗੀ ਤਰ੍ਹਾਂ, ਦੋਨਾਂ ਨੂੰ ਕਿਹਾ, ਕਹਿਣ ਲੱਗੇ ਠੀਕ ਨਹੀਂ ਬਣਿਆ। ਦੂਜੀ ਵਾਰੀ ਫੇਰ ਕਿਹਾ ਠੀਕ ਨਹੀਂ ਬਣਿਆ। ਤੀਜੀ ਵਾਰੀ ਕਹਿਣ ਲੱਗੇ ਠੀਕ ਨਹੀਂ ਬਣਿਆ। ਰਾਮਾ ਗੁੱਸੇ 'ਚ ਆ ਕੇ ਕਾਂਡੀ ਤੇਸੀ ਸਿੱਟ ਕੇ ਦੌੜ ਗਿਆ। ਇਹਨਾਂ ਨੂੰ ਹੁਣ ਪਤਾ ਹੀ ਨਹੀਂ, ਉਮਰ ਵੱਡੀ ਹੋ ਗਈ, ਐਵੇਂ ਗੱਲਾਂ ਕਰਦੇ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਆਪਣਾ ਆਪ ਸਮਰਪਣ ਕੀਤਾ ਸਤਿਗੁਰੂ ਨੂੰ, ਆਪਣਾ ਅੰਦਰ ਮਾਰ ਚੁੱਕੇ ਨੇ ਵੀ ਜੋ ਗੁਰੂ ਕਹਿੰਦੇ ਨੇ ਉਹ ਭਲਾ ਹੈ। ਜਦੋਂ ਚੌਥੀ ਵਾਰ ਥੜਾ ਬਣਾਇਆ ਰਾਮਾ ਜੀ ਤਾਂ ਦੌੜ ਗਏ, ਪਰ ਧੰਨ ਗੁਰੂ ਰਾਮਦਾਸ ਮਹਾਰਾਜ ਪਰਖ ਇਹੀ ਲੈਣੀ ਸੀ ਕਿ ਆਪਾ ਭਾਵ ਮੁਕਾਇਆ ਹੈ ਕਿ ਨਹੀਂ, ਆਪਾ ਭਾਵ ਖਤਮ ਕੀਤਾ ਆਪਣੇ ਅੰਦਰੋਂ। ਧੰਨ ਗੁਰੂ ਅੰਗਦ ਦੇਵ ਮਹਾਰਾਜ ਨੂੰ ਕਹਿਣ ਲੱਗੇ, ਕੌਲ ਕੱਢ ਕੇ ਲਿਆਓ ਚਿੱਕੜ ਚੋਂ, ਕਦੇ ਕਹਿਣਾ ਆਹ ਕਰਮ ਕਰੋ। ਸਾਰੇ ਕਰਮ ਸਤਿਗੁਰੂ ਨੇ ਕੀਤੇ ਨੇ ਬਚਨ ਮੰਨ ਕੇ, ਪਰ ਨਹੀਂ ਕੀਤੇ ਜਿਨ੍ਹਾਂ ਨੇ, ਫਿਰ ਉਹਨਾਂ ਨੂੰ ਨਹੀਂ ਕੁਝ ਮਿਲਿਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਆਪਾ ਭਾਵ ਮਾਰਨਾ ਹੀ ਸਾਰਿਆਂ ਨਾਲੋਂ ਵੱਡੀ ਗੱਲ ਹੈ। ਜਦੋਂ ਤੱਕ ਮੈਂ ਕੁਝ ਹਾਂ, ਮੈਂ ਕਰਦਾ ਹਾਂ ਮੈਂ, ਤਾਂ ਉਦੋਂ ਤੱਕ ਮੈਂ ਪਰਮਾਤਮਾ ਤੋਂ ਬੜੀ ਦੂਰ ਬੈਠਾ ਹਾਂ। ਜਦੋਂ ਮੇਰੇ ਅੰਦਰੋਂ ਮੈਂ ਕੀ ਕਹਿੰਦੇ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੈ ਆਏ। ਮਹਾਰਾਜ ਕਹਿੰਦੇ, ਅਤੇ ਉਹ ਸਭ ਤੇ ਦਇਆ ਕਰਨ ਵਾਲੇ ਨੇਮ ਨੂੰ ਆਪਣੇ ਹਿਰਦੇ ਅੰਦਰ ਜਾਣ ਲੈਂਦਾ ਕਿ ਸਾਰਿਆਂ ਵਿੱਚ ਬੈਠਾ ਕੌਣ ਹੈ। ਸਾਰਿਆਂ ਵਿੱਚ ਇੱਕ ਵਾਹਿਗੁਰੂ ਆਪ ਹੀ ਬੈਠੇ ਨੇ। ਜਦੋਂ ਸਾਰਿਆਂ ਵਿੱਚ ਵਾਹਿਗੁਰੂ ਨੂੰ ਦੇਖ ਕੇ ਦਇਆ ਕਰਨੀ ਜੀਵਾਂ ਦੇ ਉੱਤੇ ਤੇ ਆਪਾ ਭਾਵ ਮੁਕਾ ਲੈਣਾ, ਇਹੀ ਪ੍ਰਾਪਤੀ ਦਾ ਸਾਰਿਆਂ ਨਾਲੋਂ ਵੱਡਾ ਸਾਧਨ ਹੈ। ਇਸੇ ਨਾਲ ਹੀ ਪ੍ਰਾਪਤੀ ਹੁੰਦੀ ਹੈ। ਨਾਨਕ ਤਾ ਕਉ ਮਿਲੈ ਵਡਾਈ, ਆਪ ਪਛਾਣੈ ਸਰਬ ਜੀਆ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ, ਉਸ ਜੀਵ ਨੂੰ ਰੱਬੀ ਦਰਬਾਰ ਵਿੱਚ ਵਡਿਆਈ ਮਿਲਦੀ ਹੈ, ਸਤਿਕਾਰ ਮਿਲਦਾ ਹੈ, ਸ਼ਾਬਾਸ਼। ਪਸ਼ੂਆਂ ਵਿੱਚ, ਪੰਛੀਆਂ ਵਿੱਚ, ਜੀਵਾਂ ਵਿੱਚ, ਹਰ ਜਗ੍ਹਾ ਦੇ ਉੱਤੇ ਤੂੰ ਸਾਨੂੰ ਦੇਖਿਆ ਹੈ ਔਰ ਤੂੰ ਇਹੀ ਕਿਹਾ ਕਿ ਇਹ ਵੀ ਤੁਸੀਂ ਹੋ, ਇਹ ਵੀ ਤੁਸੀਂ ਹੋ, ਇਹ ਵੀ ਤੁਸੀਂ ਹੋ, ਹਰ ਜਗ੍ਹਾ ਤੁਸੀਂ ਹੋ, ਦੂਜਾ ਨਜ਼ਰ ਹੀ ਨਹੀਂ ਆਇਆ। ਇੱਕ ਪਾਸੇ ਅਸੀਂ ਕਹਿੰਦੇ ਅਸੀਂ ਪਰਮਾਤਮਾ ਦੀ ਪ੍ਰਾਪਤੀ ਚਾਹੁੰਦੇ ਹਾਂ, ਇੱਕ ਪਾਸੇ ਅਸੀਂ ਜੀਵਾਂ ਦੀ ਹੱਤਿਆ ਕਰ ਛੱਡਦੇ ਹਾਂ। ਤੇ ਇਸ ਕਰਕੇ ਮਹਾਰਾਜ ਕਹਿੰਦੇ ਸਾਰਿਆਂ ਵਿੱਚ ਇੱਕ ਪਰਮਾਤਮਾ ਨੂੰ ਦੇਖਣਾ, ਉਹਦੀ ਪ੍ਰਾਪਤੀ ਦਾ ਮੁੱਖ ਸਾਧਨ ਹੈ ਦਇਆ ਕਰਨੀ, ਕਿਸੇ ਦਾ ਦਿਲ ਨਾ ਦਿਖਾਉਣਾ। ਜੋ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਮਹਾਰਾਜ ਕਹਿੰਦੇ ਫੇਰ ਕਿਸੇ ਦਾ ਦਿਲ ਨਾ ਦਿਖਾ ਪਿਆਰਿਆ, ਸਾਰਿਆਂ ਵਿੱਚ ਇੱਕ ਜਿਹਾ ਵਰਤਾਵ ਕਰ। ਤਾਈਓ 10ਵੇਂ ਪਾਤਸ਼ਾਹ ਨੇ ਕਿਹਾ ਸੀ ਬਚਨ ਕਿ ਕੜਾਹ ਪ੍ਰਸ਼ਾਦ ਵਰਤਾਉਣਾ, ਲੰਗਰ ਵਰਤਾਉਣਾ, ਵਿਤਕਰਾ ਨਹੀਂ ਕਰਨਾ ਕਿ ਬੰਦਾ ਸਾਡਾ ਚਲੋ ਇਹਨੂੰ ਵਧੀਆ ਚੀਜ਼ ਖਵਾਓ ਅਤੇ ਦੂਜੇ ਨੂੰ ਮਾੜੀ ਚੀਜ਼ ਖਵਾਓ। ਸਤਿਗੁਰੂ ਨੇ ਕਿਹਾ ਜਿਹੜਾ ਵਿਤਕਰਾ ਕਰੇਗਾ ਉਹਦੇ ਮਨ ਦੇ ਅੰਦਰ ਫਰਕ ਹੀ ਰਹੇਗਾ, ਉਹਦਾ ਮਨ ਨਹੀਂ ਟਿਕੇਗਾ। ਜਬ ਲੱਗ ਉਹ ਜਾਣੈ ਬੈਰੀ ਮੀਤ, ਤਬ ਲੱਗ ਨਿਚਲ ਨਾਹੀ ਚੀਤ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਆਪ ਪਛਾਣੈ ਸਰਬ ਜੀਆਂ, ਅਤੇ ਆਪਣੇ ਆਪ ਨੂੰ ਪਛਾਣਦਾ ਇੱਕ ਮਨ ਤੂੰ ਜੋਤ ਸਰੂਪ ਹੈ। ਇਸ ਤਰ੍ਹਾਂ ਸਭ ਜੀਆਂ ਵਿੱਚ ਉਸ ਦੇ ਜੋਤ ਦੇ ਦਰਸ਼ਨ ਕਰਦਾ ਕਿ ਸਾਰਿਆਂ ਵਿੱਚ ਤੂੰ ਹੀ ਹੈ, ਸਭਨਾਂ ਵਿੱਚ ਤੂੰ ਹੀ ਹੈ। ਘਟਾਂ ਘਟਾਂ ਵਿੱਚ ਉਸ ਪ੍ਰਭੂ ਦੀ ਜੋਤ ਪਸਰ ਰਹੀ ਹੈ। ਧਰਤੀ, ਚੰਦਰਮਾ, ਸੂਰਜ, ਤਾਰੇ, ਪਸ਼ੂ, ਪੰਛੀ, ਦਰਿਆ, ਸਮੁੰਦਰ, ਪਹਾੜ, ਭਈ ਸਾਰੀ ਪ੍ਰਕਿਰਤੀ ਹੀ ਵਾਹਿਗੁਰੂ ਦੇ ਹੁਕਮ ਰੂਪੀ ਸੂਤਰ ਵਿੱਚ ਪਰੋਤੀ ਹੋਈ ਹੈ। ਜੇ ਜੀਵ ਦਾ ਮਨ ਸਤਿਗੁਰੂ ਦੇ ਸ਼ਬਦ ਨਾਲ ਪਰਚ ਗਿਆ, ਜਾਣੋ ਉਸ ਨੂੰ ਤਤ ਗਿਆਨ ਪ੍ਰਾਪਤ ਹੋ ਗਿਆ, ਉਹ ਅਸਲੀ ਜੋਗੀ ਹੈ। ਜਿਸ ਨੇ ਹਉਮੈ ਤੇ ਕਾਬੂ ਪਾ ਲਿਆ, ਉਹ ਆਪੇ ਦੀ ਪਛਾਣ ਕਰਕੇ ਸਾਰੇ ਜੀਆਂ ਵਿੱਚ ਪ੍ਰਭੂ ਦੀ ਜੋਤ ਦਰਸ਼ਨ ਦਾ ਆਨੰਦ ਮਾਣਦਾ ਹੈ। ਪਿੱਛੇ ਦੱਖਣੀ ਓਂਕਾਰ ਬਾਣੀ ਦੇ ਵਿੱਚ ਵੀ ਆਪ ਨੇ ਕਿਹਾ ਕਿ ਓਂਕਾਰ ਸਭ ਸ੍ਰਿਸ਼ਟ ਉਪਾਈ। ਇਹ ਮਾਰੂ 16 ਚ ਬਚਨ ਕੀਤਾ ਹੈ। ਉੱਥੇ ਵੀ ਇਹੀ ਬਚਨ ਕੀਤਾ ਕਿ ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜਿਨ ਚਿੱਤ, ਓਂਕਾਰ ਸੈਲ ਯੁਗ ਪਏ, ਓਂਕਾਰ ਵੇਦ ਨਿਰਮੈ। ਦੱਖਣੀ ਓਂਕਾਰ ਵਿੱਚ ਓਂਕਾਰ ਏਕੋ ਰਵ ਰਹਿਆ, ਸਭ ਏਕ ਸਮਾਹਿ ਸਮਾਵੈ ਗੋ, ਓਂਕਾਰ ਉਤਪਾਤੀ ਕੀਆ ਦਿਨ ਸਭ ਰਾਤੀ। ਅਸਲ ਵਿੱਚ ਸਤਿਗੁਰੂ ਦਾ ਸਿਧਾਂਤ ਇਹ ਹੈ ਕਿ ਜਦੋਂ ਤੱਕ ਜੀਵ ਨੂੰ ਗੁਰੂ ਦੇ ਸ਼ਬਦ ਦੀ ਪਛਾਣ ਨਹੀਂ ਹੁੰਦੀ, ਉਸ ਦੀ ਹਉਮੈ ਦੂਰ ਨਹੀਂ ਹੁੰਦੀ ਅਤੇ ਨਾ ਹੀ ਕਮਲ ਪ੍ਰਗਾਸਦਾ ਹੈ। ਇਸ ਲਈ ਲੋੜ ਹੈ ਸਤਿਗੁਰੂ ਦੇ ਸ਼ਬਦ ਦੁਆਰਾ ਸੱਚ ਨੂੰ ਪਛਾਣਨ ਦੀ। ਸੱਚ ਦੀ ਪਛਾਣ ਤਾਂ ਹੁੰਦੀ ਹੈ ਜਦੋਂ ਆਤਮ ਗਿਆਨ ਹੁੰਦਾ ਹੈ। ਜਿਨੀ ਆਤਮ ਚੀਨਿਆ ਪ੍ਰਮਾਤਮ ਸੋਈ, ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ। ਇਸ ਕਰਕੇ ਜਿਹੜੇ ਇਸ ਚੀਜ਼ ਨੂੰ ਦੇਖਣਾ ਚਾਹੁੰਦੇ ਨੇ, ਮਿਲਣਾ ਚਾਹੁੰਦੇ ਨੇ, ਕਿ ਜਿਹੜੇ ਕਹਿੰਦੇ ਦਿਖਾਓ ਕਿੱਥੇ ਆ ਵਾਹਿਗੁਰੂ, ਕੋਈ ਕਹਿੰਦਾ ਦਿਖਾਓ ਆ ਦਿਖਾਓ, ਜਦੋਂ ਦੇਖਣ ਦਾ ਟਾਈਮ ਹੁੰਦਾ ਉਦੋਂ ਤੁਸੀਂ ਸੁੱਤੇ ਹੁੰਦੇ ਹੋ। ਜਦੋਂ ਰਾਤ ਨੂੰ 1 ਵਜੇ ਰੱਬ ਦੇ ਪਿਆਰੇ ਉੱਠ ਕੇ ਇਸ਼ਨਾਨ ਕਰਦੇ, ਕੋਈ 12, 12:30 ਹੀ ਕਰਦੇ ਨੇ, ਰਾਤ ਨੂੰ ਸਿਮਰਨ ਕਰਦੇ ਨੇ, ਉਹ ਸਹੀ ਮਾਰਗ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤੇ ਸੂਰਜ ਚੜ੍ਹੇ ਉੱਠਣਾ ਤੇ ਫਿਰ ਉੱਠ ਕੇ ਅੱਖਾਂ ਮਲਦਿਆਂ ਆਖਣ ਰੱਬ ਦਿਖਾਓ ਕਿੱਥੇ ਹੈ, ਫਲਾਨੀ ਚੀਜ਼ ਕਿੱਥੇ ਹੈ, ਉਹ ਨਹੀਂ ਨਜ਼ਰ ਆਉਣੀ। ਇੱਕ ਸਮਾਂ ਹੈ। ਸੋ ਇਸ ਕਰਕੇ ਦੇਖਣਾ ਤਾਂ ਅੰਮ੍ਰਿਤ ਵੇਲੇ ਅੰਮ੍ਰਿਤ ਛਕ ਕੇ, ਅੰਮ੍ਰਿਤ ਵੇਲੇ ਉੱਠ ਕੇ, ਅੰਮ੍ਰਿਤ ਬਾਣੀ ਪੜ੍ਹ ਕੇ, ਅੰਮ੍ਰਿਤਮਈ ਬਚਨਾਂ ਦੇ ਵਿੱਚ ਚਿੱਤ ਜੋੜਨਾ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਸੋ ਆਓ ਅੰਮ੍ਰਿਤ ਬਾਣੀ ਰੇਡੀਓ ਸਟੇਸ਼ਨ ਤੋਂ ਆਪ ਸਰਵਣ ਕਰ ਰਹੇ ਹੋ ਸਤਿਗੁਰੂ ਦੀ ਇਹ ਸਿੱਧ ਗੋਸ਼ਟ ਬਾਣੀ, ਜਿਸ ਦੇ ਵਿੱਚ ਆਪਾਂ ਨੇ 24 ਪੌੜੀਆਂ ਹੁਣ ਤੱਕ ਸਰਵਣ ਕੀਤੀਆਂ। ਸੋ ਅੱਗੇ ਹੁਣ 25ਵੀਂ ਪੌੜੀ ਫਿਰ ਸਰਵਣ ਕਰਾਂਗੇ। ਸਤਿਗੁਰੂ ਮਹਾਰਾਜ ਨੇ ਇੱਕੋ ਹੀ ਉਪਦੇਸ਼ ਕੀਤਾ ਹੈ ਕਿ ਰਾਤ ਦਿਨ ਜੇ ਪੁਕਾਰੋ, ਪਿਆਸ ਲੱਗਦੀ ਆ ਤਾਂ ਕਹਿੰਦੇ ਆ ਪਾਣੀ, ਉਹ ਪਾਣੀ ਜਲਦੀ ਲਿਆਓ, ਉਹ ਪਾਣੀ ਮਿਲ ਜਾਂਦਾ। ਭੁੱਖ ਲੱਗੇ ਤਾਂ ਕਹਿੰਦੇ ਰੋਟੀ 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 ਮਿਲ ਜਾਂਦੀ ਹੈ। ਜੇ ਵਾਹਿਗੁਰੂ ਦੇ ਦਰਸ਼ਨਾਂ ਦੀ ਤਾਂਘ ਹੋਵੇ ਤਾਂ ਵਾਹਿਗੁਰੂ ਵਾਹਿਗੁਰੂ ਰਾਤ ਦਿਨ ਕਰਦੇ ਰਹੋ। ਕਬੀਰ ਕੈਸੋ ਕੈਸੋ ਕੂਕੀ ਹੈ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬਹੁ ਕੇ ਸੁਨੈ ਪੁਕਾਰ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।